1278 अंग। सब संगतां अगे बेनती है कि सावधान होवो। पाठ की आरंभता हो रही है। मलार राग की जो वार है, वार तो पाठ आरंभ हो रहा है और आरंभता विच सत्कार जो ज्ञानी शेर सिंह जी संगतां नाल विचार भी साझे कर रहे ने। सरबत संगतां ध्यान देण दा यतन करो। अपना ध्यान गुरचरनां विच जोड़दियां होयां गुरु की बाणी सरवण करो। बाणी नाल संबंधित जो बचन हन गुरमत व्याख्या वो भी आप जी सरवण करो जी। साध संगत जी, मलार दी वार जो राणे कैलाश देव तथा मालदेव की धुनी ते महाराज ਸਾਹਿਬ गुरु हरगोबिंद ਸਾਹਿਬ जी ने गाण का संकेत दिता है। ਢਾਡੀਆਂ ਕੋਲੋਂ ਇਹ ਵਾਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਰਾਜ ਨੇ ਗਾਇਨ ਕਰਵਾਈਆਂ। ਸੋ ਇਹ ਜਿਹੜੀ ਧੁਨੀ ਹੈ ਕੈਲਾਸ਼ ਦੇਵ ਅਤੇ ਮਾਲਦੇਵ, ਇਹ ਦੋਵੇਂ ਰਾਜੇ ਜਿਹੜੇ ਸਨ ਪਹਾੜੀ ਰਾਜਪੂਤ ਰਾਜੇ ਸਨ। ਅਤੇ ਵੱਡੇ ਭਾਈ ਨੇ ਕੈਲਾਸ਼ ਦੇਵ ਨੇ ਮਾਲਦੇਵ ਦਾ ਇਲਾਕਾ, ਉਹਦੀ ਰਿਆਸਤ 'ਤੇ ਕਬਜ਼ਾ ਕਰ ਲਿਆ, ਉਹਦਾ ਧਨ ਮਾਲ ਖੋਹ ਲਿਆ। ਬਾਅਦ ਵਿੱਚ ਮਾਲਦੇਵ ਨੇ ਫੌਜਾਂ ਇਕੱਠੀਆਂ ਕਰਕੇ ਕੈਲਾਸ਼ ਦੇਵ ਨਾਲ ਯੁੱਧ ਕੀਤਾ ਅਤੇ ਕੈਲਾਸ਼ ਦੇਵ ਦਾ ਸਾਰਾ ਰਾਜ ਫਿਰ ਮਾਲਦੇਵ ਨੇ ਕਬਜ਼ੇ 'ਚ ਕਰ ਲਿਆ। ਬਾਅਦ ਵਿੱਚ ਮਾਲਦੇਵ ਧਰਮੀ ਬੰਦਾ ਸੀ, ਉਸਨੇ ਆਪਣੇ ਭਾਈ ਨੂੰ ਫਿਰ ਅੱਧਾ ਰਾਜ ਦੇ ਦਿੱਤਾ ਅਤੇ ਕੈਲਾਸ਼ ਦੇਵ ਨੇ ਮਾਫੀ ਮੰਗ ਲਈ। ਮਾਲਦੇਵ ਅਤੇ ਕੈਲਾਸ਼ ਦੇਵ ਦੀ ਜਿਹੜੀ ਵਾਰ ਹੈ ਉਹਦੀ ਪੌੜੀ ਢਾਡੀਆਂ ਨੇ ਗਾਇਨ ਕੀਤੀ ਹੈ। ਉਹ ਇਸ ਤਰ੍ਹਾਂ ਹੈ। ਧਰਤ ਘੋੜਾ ਪਰਬਤ ਪਲਾਨ ਸਿਰ ਟੱਟਰ ਅੰਬਰ, 900 ਨਦੀ 99 ਰਾਣਾ ਜਲ ਕੰਦਰ, ਟੁਕਾ ਰਾਏ ਅਮੀਰ ਤੇ ਕਰ ਮੇਘ ਅਡੰਬਰ, ਆਨਤ ਖੰਡਾ ਰਾਣਿਆਂ ਕੈਲਾਸੇ ਅੰਦਰ, ਬਿਜਲ ਜਿਉਂ ਚਮਕਾਣੀਆਂ ਤੇਗਾਂ ਵਿੱਚ ਅੰਬਰ, ਮਾਲਦੇਵ ਕੈਲਾਸ਼ ਨੂੰ ਬੰਨਿਆ ਕਰ ਸੰਘਰ, ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ ਅੰਦਰ, ਮਾਲ ਦਿਓ ਜਸ ਖਟਿਆ ਜਿਉਂ ਸ਼ਾਹ ਸਿਕੰਦਰ। 8 ਤੁਕਾਂ ਦੀ ਇਹ ਪੌੜੀ ਹੈ। 8 ਤੁਕਾਂ ਹੀ ਇਸ ਮਲਾਰ ਦੀ ਵਾਰ ਦੀ ਪੌੜੀਆਂ 'ਚ ਆਉਣਗੀਆਂ। ਮਹਾਰਾਜ ਜੀ ਨੇ ਸੰਕੇਤ ਦੇ ਕੇ ਉਸੇ ਤਰ੍ਹਾਂ ਇਸ ਨੂੰ ਗਾਣ ਦਾ ਹੁਕਮ ਦਿੱਤਾ ਹੈ। ਸਾਧ ਸੰਗਤ ਜੀ, ਉੱਪਰ 1278 ਜੋ ਇਸੇ ਹੀ ਅੰਗ 'ਤੇ ਜਿੱਥੋਂ ਪਾਠ ਆਰੰਭ ਹੋ ਰਿਹਾ, ਜੋ ਉੱਪਰ ਪਾਠ ਆਇਆ ਸੀ, ਗੁਰ ਕਿਰਪਾ ਤੇ ਇਹੋ ਰੋਗ ਜਾਏ, ਇਹੋ ਲਾਮ ਦੇ ਨਾਲ ਪਾਠ ਸ਼ੁੱਧ ਹੈ ਜੀ। ਭਾਗਾਂ 'ਤੇ ਇਹੋ ਛਪਿਆ ਹੋਇਆ ਈੜੀ ਸਿਹਾਰੀ ਦੇ ਨਾਲ। ਆਪ ਜੀ ਆਪਣੇ ਕੋਲ ਨੋਟ ਕਰ ਲਓ, ਇਹੋ ਪਾਠ ਸ਼ੁੱਧ ਹੈ ਈੜੀ ਦੀ ਲਾਮ ਨਾਲ। ਹਾਂਜੀ, ਪਾਠ ਦੀ ਆਰੰਭਤਾ ਹੋ ਰਹੀ ਹੈ, ਵਾਰ ਆਰੰਭ ਹੋ ਰਹੀ ਹੈ। ਸਰਵਣ ਕਰੋ ਜੀ। ਵਾਹਿਗੁਰੂ ਜੀ। ਵਾਰ ਮਲਾਰ ਕੀ ਮਹੱਲਾ ਪਹਿਲਾ। ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ। ਮਾਲ ਦੇ ਦੱਦੇ ਦੀ ਲਾਮ ਨੂੰ ਥੋੜ੍ਹਾ ਲਮਕਾ ਕੇ ਪਾਠ ਕਰਨਾ ਹੈ, ਕਿਉਂਕਿ ਨਾਮ ਹੈ ਮਾਲ ਦੇਵ, ਪਰ ਇੱਥੇ ਵੱਵਾ ਸਤਿਗੁਰਾਂ ਨੇ ਲੁਪਤ ਰੱਖਿਆ ਹੈ, ਲਿਖਿਆ ਨਹੀਂ। ਇਸ ਲਈ ਮਾਲ ਦੇ ਕੀ ਧੁਨ, ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ। ਜਿਵੇਂ ਕਈਆਂ ਥਾਵਾਂ 'ਤੇ ਭਗਤ ਨਾਮਦੇਵ ਜੀ ਦੀ ਬਾਣੀ ਆਉਂਦੀ ਹੈ, ਉੱਥੇ ਸਤਿਗੁਰੂ ਜੀ ਨਾਮ ਦੇ ਵੀ ਲਿਖਦੇ ਨੇ। ਦੱਦੇ ਨੂੰ ਲਾਮ ਤੇ ਈੜੀ ਸਿਹਾਰੀ ਵੀ ਹੈ, ਦੱਦੇ ਨੂੰ ਕੱਲੀ ਲਾਮ ਵੀ ਹੈ। ਉੱਥੇ ਆਪਾਂ ਨਾਮ ਦੇ ਪੜ੍ਹਨਾ ਹੈ। ਇਸੇ ਤਰ੍ਹਾਂ ਇੱਥੇ ਵੀ ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ। ਵਾਰ ਮਲਾਰ ਕੀ ਮਹੱਲਾ ਪਹਿਲਾ। ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ।
ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਤੀਜਾ। ਗੁਰ ਮਿਲਿਆ ਮਨ ਰਹਿਸੀਐ, ਜਿਉ ਉਠੈ ਧਰਨ ਸਿਗਾਰ। ਸਭ ਦਿਸੈ ਹਰਿਆਵਲੀ, ਸਰ ਭਰੇ ਸੁਭਰ ਤਾਲ। ਅੰਦਰ ਰਚੈ ਸਚ ਰੰਗ, ਜਿਉ ਮਜੀਠਾ ਲਾਲ। ਕਮਲ ਵਿਗਸੈ ਸਚ ਮਨ, ਗੁਰ ਕੈ ਸ਼ਬਦ ਨਿਹਾਲ। ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰ ਨਿਹਾਲ। ਫਾਹੀ ਫਾਥੇ ਮਿਰਗ ਜਿਉ, ਸਿਰ ਦਿਸੈ ਜਮ ਕਾਲ। ਖੋਧਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ। ਏਨੀ ਅੱਖੀ ਨਦਰ ਨ ਆਵਈ, ਜਿਚਰ ਸ਼ਬਦ ਨ ਕਰੇ ਵਿਚਾਰ। ਸਿਰ ਦਿਸੈ ਜਮ ਕਾਲ। ਹਾਂਜੀ। ਫਾਹੀ ਫਾਥੇ ਮਿਰਗ ਜਿਉ, ਸਿਰ ਦਿਸੈ ਜਮ ਕਾਲ। ਖੁਧਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ। ਏਨੀ ਅੱਖੀ ਨਦਰ ਨ ਆਵਈ, ਜਿਚਰ ਸ਼ਬਦ ਨ ਕਰੇ ਵਿਚਾਰ। ਤੁਧ ਭਾਵੈ ਸੰਤੋਖੀਆਂ, ਚੂਕੈ ਆਲ ਜੰਜਾਲ। ਮੂਲ ਰਹੈ ਗੁਰ ਸੇਵਿਐ, ਗੁਰ ਪੌੜੀ ਬੋਹਿਥ। ਨਾਨਕ ਲੱਗੀ ਤਤ ਲੈ, ਤੂੰ ਸੱਚਾ ਮਨ ਸੱਚ। ਮਹੱਲਾ ਪਹਿਲਾ। ਹੇਕੋ ਪਦ ਰਹੇਕ ਦਰ, ਗੁਰ ਪੌੜੀ ਨਿਜ ਥਾਨ। ਰੂੜਾ ਠਾਕੁਰ ਨਾਨਕਾ, ਸਭ ਸੁਖ ਸਾਚਾ ਨਾਮ। ਪੌੜੀ ਆਪੀ ਨੈ ਆਪ ਸਾਜ, ਆਪ ਪਛਾਣਿਆ। ਅੰਬਰ ਧਰਤ ਵਿਛੋੜ, ਚੰਦੋਆ ਤਾਣਿਆ। ਵਿਣ ਥੰਮਾ ਗਗਨ ਰਹਾਏ, ਸ਼ਬਦ ਨੀਸਾਣਿਆ। ਸੂਰਜ ਚੰਦ ਉਪਾਏ, ਜੋਤ ਸਮਾਣਿਆ। ਕੀਏ ਰਾਤ ਦਿਨ ਅੰਤ, ਚੋਜ ਵਿਡਾਣਿਆ। ਤੀਰਥ ਧਰਮ ਵਿਚਾਰ, ਨਾਵਣ ਪੁਰਬਾਣਿਆ। ਤੁਧ ਸਰ ਅਵਰ ਨ ਕੋਇ, ਕਿ ਆਖ ਵਖਾਣਿਆ। ਸੱਚਾ ਤਖਤ ਨਿਵਾਸ, ਹੋਰ ਆਵਣ ਜਾਣਿਆ। ਸ਼ਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ, ਚਾਹੋ ਉਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ, ਓ ਮਾਹਾ। ਊੜਾ ਖੁੱਲਾ ਨਾ, ਓ ਮਾਹਾ। ਨਾਨਕ ਸਾਵਣ ਜੇ ਵਸੈ, ਚਾਹੋ ਉਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ, ਰਸੀਆਂ ਘਰ ਧਨ ਹੋਏ। ਨਾਨਕ ਸਾਵਣ ਜੇ ਵਸੈ, ਚਾਹੋ ਓ ਮਾਹਾ ਹੋਏ। ਨਾਗਾਂ ਮਿਰਗਾਂ ਮੱਛੀਆਂ, ਰਸੀਆਂ ਘਰ ਧਨ ਹੋਏ। ਰਸੀਆਂ, ਰੱਸੀਆਂ ਨਹੀਂ ਬੋਲਣਾ, ਅਦਕ ਨਹੀਂ ਲਗਾਉਣਾ। ਰਸੀਆਂ ਪੋਲਾ ਬੋਲਣਾ ਜੀ। ਨਾਗਾਂ ਮਿਰਗਾਂ ਮੱਛੀਆਂ, ਰਸੀਆਂ ਘਰ ਧਨ ਹੋਏ। ਮਹੱਲਾ ਪਹਿਲਾ। ਨਾਨਕ ਸਾਵਣ ਜੇ ਵਸੈ, ਚਾਹੋ ਵਿਛੋੜਾ ਹੋਏ। ਗਾਈ ਪੁੱਤਾ ਨਿਰਧਨਾ, ਪੰਥੀ ਚਾਕਰ ਹੋਏ। ਪੌੜੀ ਤੂੰ ਸੱਚਾ ਸਚਿਆਰ, ਜੈਨ ਸੱਚ ਵਰਤਾਇਆ। ਬੈਠਾ ਤਾੜੀ ਲਾਏ, ਕਵਲ ਛਪਾਇਆ। ਬ੍ਰਹਮੈ ਵੱਡਾ ਕਹਾਏ, ਅੰਤ ਨਾ ਪਾਇਆ। ਨਾ ਤਿਸ ਬਾਪ ਨਾ ਮਾਏ, ਕਹਿਨ ਤੂੰ ਜਾਇਆ। ਨਾ ਤਿਸ ਰੂਪ ਨਾ ਰੇਖ, ਵਰਨ ਸਬਾਇਆ। ਨਾ ਤਿਸ ਭੁਖ ਪਿਆਸ, ਰੱਜਾ ਧਾਇਆ। ਗੁਰ ਮਹਿ ਆਪ ਸਮੋਏ, ਸ਼ਬਦ ਵਰਤਾਇਆ। ਸੱਚੇ ਹੀ ਪਤਿਆਏ, ਸੱਚ ਸਮਾਇਆ। ਸ਼ਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹ। ਭੋਲਾ ਵੈਦ ਨ ਜਾਣਾਈ, ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ ਸੁਵੈਦ ਤੂੰ, ਪਹਿਲਾ ਰੋਗ ਪਛਾਣ। ਐਸਾ ਦਾਰੂ ਲੋੜ ਲਹੋ, ਜਿਤ ਵੰਝੈ ਰੋਗਾ ਘਾਣ। ਜਿਤ ਦਾਰੂ ਰੋਗ ਉਠਿਆ ਹੈ, ਤਨ ਸੁਖ ਵਸੈ ਆਏ। ਰੋਗ ਗਵਾਏ ਆਪਣਾ, ਤਾ ਨਾਨਕ ਵੈਦ ਸਦਾਏ। ਪੌੜੀ
ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। 10 ਅਵਤਾਰੀ ਰਾਮ ਰਾਜਾ ਆਇਆ। ਦੈਤਾ ਮਾਰੇ ਧਾਏ ਹੁਕਮ ਸਬਾਇਆ। ਈਸ ਮਹੇਸ਼ਵਰ ਸੇਵ ਤਿਨੇ ਅੰਤ ਨਾ ਪਾਇਆ। ਸੱਚੀ ਕੀਮਤ ਪਾਏ ਤਖਤ ਰਚਾਇਆ। ਦੁਨੀਆ ਧੰਦੇ ਲਾਏ ਆਪ ਛਪਾਇਆ। ਧਰਮ ਕਰਾਏ ਕਰਮ ਧੁਰਹੁ ਫੁਰਮਾਇਆ। ਸ਼ਲੋਕ ਮਹੱਲਾ ਦੂਜਾ। ਸਾਵਣ ਆਇਆ ਹੈ ਸਖੀ ਕੰਤੈ ਚਿਤ ਕਰੇਹੁ। ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਨੇਹੁ। ਮਹੱਲਾ ਦੂਜਾ। ਸਾਵਣ ਆਇਆ ਹੈ ਸਖੀ ਜਲ ਹਰ ਬਰਸਨਹਾਰ। ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਪੌੜੀ ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ। ਮੱਲਾ ਅਖਾੜਾ ਇਕੱਠਾ ਪਾਠ ਜਿਸ ਤੋਂ ਭਾਵ ਹੈ ਮੱਲ ਅਖਾੜਾ। ਜੋ ਲੱਲੇ ਦਾ ਕੰਨਾ ਹੈ ਅਰਥ ਵਾਸਤੇ ਇਹ ਐੜੇ ਵਿੱਚ ਤਬਦੀਲ ਹੋਵੇਗਾ ਮੱਲ ਅਖਾੜਾ। ਇਸ ਲਈ ਮੱਲਾ ਅਤੇ ਖਾੜਾ ਵੱਖਰਾ ਵੱਖਰਾ ਨਹੀਂ ਕਰਨਾ। ਮੱਲਾ ਖਾੜਾ ਰਚਿਆ। ਆਪੇ ਛਿੰਝ ਪਵਾਏ ਮੱਲਾ ਖਾੜਾ ਰਚਿਆ। ਲੱਥੇ ਭੜਥੂ ਪਾਏ ਗੁਰਮੁਖ ਮਚਿਆ। ਮਨਮੁਖ ਮਾਰੇ ਪਛਾੜ ਮੂਰਖ ਕੱਚਿਆ। ਆਪ ਭਿੜੈ ਮਾਰੇ ਆਪ ਕਾਰਜ ਰਚਿਆ। ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ। ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ। ਸਤ ਸੰਗਤ ਮੇਲਾਪ ਜਿਥੈ ਹਰ ਗੁਣ ਸਦਾ ਵਖਾਣੀਐ। ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ। ਸ਼ਲੋਕ ਮਹੱਲਾ ਤੀਜਾ। ਊਨਵ ਆਇਆ ਅਵਰ ਕਰੇਂਦਾ ਵਨ। ਕਿਆ ਜਾਣਾ ਤਿਸ ਸਾਹ ਸਿਆਓ ਕੇਵ ਰਹਿਸੀ ਰੰਗ। ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਾਉ ਹੋਏ। ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨਾ ਹੋਏ। ਮਹੱਲਾ ਤੀਜਾ। ਊਨਵ ਆਇਆ ਵਰਸੈ ਨੀਰ ਨਿਪੰਗ। ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਓ ਮਨ ਭੰਗ। ਪੌੜੀ ਦੋਵੈ ਤਰਫਾ ਉਪਾਏ ਇਕ ਵਰਤਿਆ। ਵੇਦ ਬਾਣੀ ਵਰਤਾਏ ਅੰਦਰ ਬਾਦ ਘੱਤਿਆ। ਪਰ ਵਿਰਤ ਨਿਰਵਿਰਤ ਹਾਠਾ ਦੋਵੈ ਵਿੱਚ ਧਰਮ ਫਿਰੈ ਰਹਿ ਬਾਰਿਆ। ਮਨਮੁਖ ਕੱਚੇ ਕੂੜਿਆਰ ਤਿਨੇ ਨਿਹਚਾਉ ਦਰਗਹਿ ਹਾਰਿਆ। ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿਨੀ ਮਾਰਿਆ। ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ। ਸੇ ਭਗਤ ਤੁਧ ਭਾਵਦੇ ਸੱਚੈ ਨਾਇ ਪਿਆਰਿਆ। ਸਤਿਗੁਰ ਸੇਵਨ ਆਪਣਾ ਤਿਨਾ ਵਿਟਹਾਉ ਹਉ ਵਾਰਿਆ। ਸ਼ਲੋਕ ਮਹੱਲਾ ਤੀਜਾ। ਊਨਵ ਆਇਆ ਵਰਸੈ ਲਾਏ ਝੜੀ। ਨਾਨਕ ਭਾਣੈ ਚੱਲੈ ਕੰਤ ਕੈ ਸੋ ਮਾਣੇ ਸਦਾ ਰਲੀ। ਮਹੱਲਾ ਤੀਜਾ। ਕਿਆ ਉਠ ਦੇਖਹ ਬਪੁੜੇ ਇਸ ਮੇਘੈ ਹੱਥ ਕਿਛ ਨਾਹੇ। ਜਿਨ ਇਹੋ ਮੇਘ ਪਠਾਇਆ ਤਿਸ ਰਾਖਹ ਮਨ ਮਾਹੇ। ਤਿਸਨੋ ਮਨ ਵਸਾਏ ਸੀ ਤਿਸਨੋ ਮਨ ਵਸਾਏ ਸੀ। ਜਾ ਕਉ ਨਦਰ ਕਰੇ ਨਾਨਕ ਨਦਰੀ ਬਾਹਰੀ। ਸਭ ਕਰਨ ਪਲਾਹ ਕਰੇ ਪੌੜੀ ਸੋ ਹਰ ਸਦਾ ਸਰੇਵੀਐ। ਜਿਸ ਕਰਤ ਨ ਲਾਗੈ ਵਾਰ ਆ ਡਾਣੇ ਆਕਾਸ ਕਰ। ਖਿਨ ਮਹਿ ਢਾਹੇ ਉਸਾਰਣਹਾਰ। ਆਪੇ ਜਗਤ ਉਪਾਇ ਕੈ ਕੁਦਰਤ ਕਰੇ ਵਿਚਾਰ। ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੈ ਮਾਰ।
ਗੁਰਮੁਖ ਪਦ ਸਿਓ ਲੇਖਾ ਨਿਬੜੈ, ਬਖਸ਼ੇ ਸਿਫਤ ਭੰਡਾਰ। ਉਥੈ ਹੱਥ ਨ ਅੱਪੜੈ, ਕੂਕ ਨ ਸੁਣੀਐ ਪੁਕਾਰ। ਉਥੈ ਹੱਥ ਨ ਅੱਪੜੈ, ਕੂਕ ਨ ਸੁਣੀਐ ਪੁਕਾਰ। ਉਥੈ ਸਤਿਗੁਰ ਬੇਲੀ ਹੋਵੈ, ਕੱਢ ਲਏ ਅੰਤੀ ਵਾਰ। ਇਨਾ ਜਨਤਾ ਨੋ ਹੋਰ ਸੇਵਾ ਨਹੀਂ, ਸਤਿਗੁਰ ਸਿਰ ਕਰਤਾਰ।